ਹਰ ਜਗ੍ਹਾ ਦੇ ਅਲੱਗ-ਅਲੱਗ ਤੌਰ ਤਰੀਕੇ ਹੁੰਦੇ ਹਨ, ਪਰ ਖਾਸ ਕਰਕੇ ਫਰਾਂਸ ਦੇ ਰੀਤੀ ਰਿਵਾਜ ਸਾਰੀ ਦੁਨੀਆ ਤੋਂ ਅਲੱਗ ਹਨ। ਜੋ ਚੀਜ਼ਾਂ ਅਤੇ ਰਿਵਾਜ ਉੱਥੇ ਬਣੇ ਹਨ ਉਹ ਦੁਨੀਆ ਵਿੱਚ ਕਿਤੇ ਹੋਰ ਦੇਖਣ ਨੂੰ ਨਹੀਂ ਮਿਲਦੇ, ਅਤੇ ਉਹਨਾਂ ਦੇ ਪਿੱਛੇ ਜੋ ਵਜ੍ਹਾ ਹੁੰਦੀ ਹੈ ਉਸ ਨੂੰ ਸੁਣ ਕੇ ਆਦਮੀ ਦੰਗ ਰਹਿ ਜਾਂਦਾ ਹੈ। ਮੇਰੀ ਇਹ ਕਹਾਣੀ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਕਿਸ ਤਰ੍ਹਾਂ ਮੈਂ ਵਿਆਹ ਤੋਂ ਬਾਅਦ ਇੱਕ ਫਰਾਂਸੀਸੀ ਔਰਤ ਬਣ ਗਈ, ਅਤੇ ਫਿਰ ਮੇਰੇ ਸਾਹਮਣੇ ਇੱਕ ਅਜਿਹਾ ਰਾਜ ਆਇਆ ਜਿਸ ਨੂੰ ਸੁਣ ਕੇ ਮੇਰੇ ਹੋਸ਼ ਉੱਡ ਗਏ। ਮੇਰਾ ਨਾਂ ਗੀਤ ਹੈ। 12ਵੀਂ ਜਮਾਤ ਦੇ ਪੇਪਰ ਦੇਣ ਤੋਂ ਬਾਅਦ ਮੈਂ ਪੂਰੀ ਤਰ੍ਹਾਂ ਵਿਹਲੀ ਸੀ ਅਤੇ ਮੇਰੇ ਕੋਲ ਕਰਨ ਲਈ ਕੁਝ ਵੀ ਨਹੀਂ ਸੀ। ਘਰ ਵਿੱਚ 2 ਭਾਬੀਆਂ ਸਨ ਜੋ ਸਾਰਾ ਕੰਮ-ਕਾਜ ਸੰਭਾਲਦੀਆਂ ਸਨ। ਮੈਂ ਉਸ ਵੇਲੇ ਇੰਟਰਨੈਟ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਫੇਸਬੁੱਕ ਦੇ ਜ਼ਰੀਏ ਮੇਰੀ ਦੋਸਤੀ ਇੱਕ ਫਰਾਂਸੀਸੀ ਆਦਮੀ ਵਿਲੀਅਮ ਨਾਲ ਹੋਈ। ਮੈਂ ਸੁਣਿਆ ਸੀ ਕਿ ਫਰਾਂਸੀਸੀ ਲੋਕ ਬਹੁਤ ਹੀ ਪੈਸੇ ਵਾਲੇ ਅਤੇ ਔਰਤਾਂ ਦੇ ਸ਼ੌਕੀਨ ਹੁੰਦੇ ਹਨ, ਅਤੇ ਉਹਨਾਂ ਦੇ ਰਸਮੋ ਰਿਵਾਜ ਵੀ ਬਿਲਕੁਲ ਅਲੱਗ ਹੁੰਦੇ ਹਨ। ਵਿਲੀਅਮ ਵੀ ਅਜਿਹਾ ਹੀ ਸੀ। ਉਹ ਪੈਰਿਸ ਸ਼ਹਿਰ ਵਿੱਚ ਰਹਿੰਦਾ ਸੀ ਅਤੇ ਉਸ ਦੀਆਂ ਸੋਨੇ ਦੀਆਂ 3 ਦੁਕਾਨਾਂ ਸਨ। ਵਿਲੀਅਮ ਦਾ ਕੰਮ ਅਜਿਹਾ ਸੀ ਕਿ ਉਸ ਦਾ ਵਾਸਤਾ ਵਿਦੇਸ਼ੀ ਟੂਰਿਸਟ ਲੋਕਾਂ ਨਾਲ ਪੈਂਦਾ ਰਹਿੰਦਾ ਸੀ, ਇਸ ਲਈ ਉਸ ਨੂੰ ਪੰਜਾਬੀ ਬਹੁਤ ਚੰਗੀ ਤਰ੍ਹਾਂ ਆਉਂਦੀ ਸੀ। ਫੇਸਬੁੱਕ ਦੇ ਗਰੁੱਪ 'ਤੇ ਹੋਣ ਵਾਲੀ ਇਹ ਦੋਸਤੀ ਹੌਲੀ-ਹੌਲੀ ਪ੍ਰਾਈਵੇਟ ਚੈਟ ਵਿੱਚ ਬਦਲ ਗਈ, ਅਤੇ ਫਿਰ ਅਸੀਂ ਇੱਕ ਦੂਜੇ ਨੂੰ WhatsApp ਨੰਬਰ ਵੀ ਦੇ ਦਿੱਤੇ। ਵਿਲੀਅਮ ਬਹੁਤ ਹੀ ਚੰਗਾ ਮੁੰਡਾ ਸੀ। ਉਹ ਹਮੇਸ਼ਾ ਬਹੁਤ ਇੱਜ਼ਤ ਨਾਲ ਗੱਲ ਕਰਦਾ ਸੀ, ਇਸੇ ਲਈ ਮੇਰੇ ਦਿਲ ਵਿੱਚ ਉਸ ਲਈ ਇੱਕ ਖਾਸ ਥਾਂ ਬਣ ਗਈ ਸੀ। ਕਦੇ-ਕਦੇ ਉਹ ਮੇਰੇ ਨਾਲ ਅਜੀਬੋ-ਗਰੀਬ ਗੱਲਾਂ ਵੀ ਕਰਦਾ ਸੀ, ਜਿਸ ਨੂੰ ਸੁਣ ਕੇ ਮੈਂ ਹੈਰਾਨ ਹੋ ਜਾਂਦੀ ਸੀ। ਇੱਕ ਵਾਰ ਗੱਲਾਂ-ਗੱਲਾਂ ਵਿੱਚ ਮੈਨੂੰ ਪੁੱਛਣ ਲੱਗਿਆ, ਗੀਤ, ਜੇਕਰ ਤੂੰ ਬੁਰਾ ਨਾ ਮੰਨੇ ਤਾਂ ਇੱਕ ਗੱਲ ਪੁੱਛਾਂ? ਮੈਂ ਹੱਸਦੇ ਹੋਏ ਕਿਹਾ, ਅਜਿਹੀ ਕਿਹੜੀ ਗੱਲ ਹੈ ਜੋ ਪੁੱਛਣ ਲਈ ਤੁਹਾਨੂੰ ਮੇਰੀ ਇਜਾਜ਼ਤ ਲੈਣੀ ਪੈ ਰਹੀ ਹੈ? ਅਤੇ ਫਿਰ ਉਸਨੇ ਜੋ ਗੱਲ ਪੁੱਛੀ ਉਹ ਮੇਰੇ ਲਈ ਅਨੋਖੀ ਸੀ। ਉਹ ਪੁੱਛਣ ਲੱਗਿਆ, ਗੀਤ, ਕੀ ਤੂੰ ਕਦੇ ਆਪਣੀ ਨਾਭੀ ਵਿੱਚ ਤੇਲ ਲਗਾਇਆ ਹੈ? ਉਸ ਦੀ ਗੱਲ ਸੁਣ ਕੇ ਮੈਂ ਹੈਰਾਨੀ ਨਾਲ ਪੁੱਛਿਆ, ਇਹ ਕਿਹੋ ਜਿਹਾ ਸਵਾਲ ਹੈ? ਮੈਂ ਭਲਾ ਆਪਣੀ ਨਾਭੀ ਵਿੱਚ ਤੇਲ ਕਿਉਂ ਲਗਾਵਾਂਗੀ? ਇਹ ਸੁਣ ਕੇ ਉਸਨੇ ਫਿਰ ਇੱਕ ਅਜੀਬ ਸਵਾਲ ਕੀਤਾ, ਕੀ ਤੇਰੀਆਂ ਭਾਬੀਆਂ ਨੇ ਕਦੇ ਆਪਣੀ ਨਾਭੀ ਵਿੱਚ ਤੇਲ ਲਗਾਇਆ ਹੈ? ਉਸ ਦੀ ਗੱਲ ਸੁਣ ਕੇ ਮੈਨੂੰ ਹਾਸੀ ਆ ਗਈ। ਮੈਂ ਕਿਹਾ, ਵਿਲੀਅਮ, ਅੱਜ ਤੈਨੂੰ ਕੀ ਹੋ ਗਿਆ ਹੈ? ਤੂੰ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਹੈ? ਭਲਾ ਮੇਰੀਆਂ ਭਾਬੀਆਂ ਨਾਭੀ ਵਿੱਚ ਤੇਲ ਕਿਉਂ ਲਗਾਉਣਗੀਆਂ? ਤਾਂ ਵਿਲੀਅਮ ਨੇ ਖੁਸ਼ ਹੋ ਕੇ ਕਿਹਾ, ਜਦੋਂ ਤੂੰ ਮੇਰੇ ਕੋਲ ਆਵੇਂਗੀ ਤਾਂ ਮੈਂ ਤੈਨੂੰ ਦੱਸਾਂਗਾ। ਉਸ ਦੀ ਗੱਲ ਸੁਣ ਕੇ ਮੈਂ ਚੁੱਪ ਹੋ ਗਈ। ਇਹ ਕਿਵੇਂ ਹੋ ਸਕਦਾ ਸੀ ਕਿ ਮੈਂ ਕਦੇ ਉਸ ਨੂੰ ਮਿਲਣ ਜਾ ਸਕਦੀ ਸੀ? ਸਾਡੇ ਵਿੱਚ ਸ਼ਹਿਰਾਂ ਦਾ ਨਹੀਂ ਬਲਕਿ ਸਮੁੰਦਰਾਂ ਦਾ ਫਾਸਲਾ ਸੀ। ਸਾਡੀ ਦੋਸਤੀ ਨੂੰ 4 ਮਹੀਨੇ ਹੋਏ ਸਨ ਕਿ ਵਿਲੀਅਮ ਨੇ ਮੈਨੂੰ ਵਿਆਹ ਲਈ ਪ੍ਰਪੋਜ਼ ਕਰ ਦਿੱਤਾ, ਅਤੇ ਦੂਜੇ ਪਾਸੇ ਮੇਰੀ ਭਾਬੀ ਨੂੰ ਇਸ ਗੱਲ ਦੀ ਖਬਰ ਹੋ ਗਈ ਕਿ ਮੈਂ ਸਾਰੀ ਰਾਤ ਕਿਸੇ ਨਾਲ ਲੁਕ ਕੇ ਗੱਲਾਂ ਕਰਦੀ ਹਾਂ। ਮੈਨੂੰ ਵਿਲੀਅਮ ਤੋਂ ਉਸ ਪ੍ਰਪੋਜ਼ਲ ਦੀ ਕੋਈ ਉਮੀਦ ਨਹੀਂ ਸੀ, ਕਿਉਂਕਿ ਅਸੀਂ ਦੋਵਾਂ ਨੇ ਇੱਕ ਦੂਜੇ ਨੂੰ ਕਦੇ ਆਮਣੇ-ਸਾਹਮਣੇ ਨਹੀਂ ਦੇਖਿਆ ਸੀ। ਤਸਵੀਰਾਂ ਤਾਂ ਅਸੀਂ ਰੋਜ਼ ਹੀ ਇੱਕ ਦੂਜੇ ਨੂੰ ਭੇਜਦੇ ਰਹਿੰਦੇ ਸੀ। ਇਸ ਲਈ ਜਦੋਂ ਉਸਨੇ ਮੈਨੂੰ ਪ੍ਰਪੋਜ਼ ਕੀਤਾ ਤਾਂ ਮੈਂ ਹੈਰਾਨ ਰਹਿ ਗਈ। ਉਹ ਪੈਰਿਸ ਸ਼ਹਿਰ ਵਿੱਚ ਰਹਿਣ ਵਾਲਾ ਇੱਕ ਅਮੀਰ ਮੁੰਡਾ ਸੀ, ਅਤੇ ਮੈਂ ਜਲੰਧਰ ਸ਼ਹਿਰ ਦੀ ਇੱਕ ਆਮ ਜਿਹੀ ਕੁੜੀ ਸੀ। ਵਿਲੀਅਮ ਦੇਖਣ ਵਿੱਚ ਬਹੁਤ ਸੋਹਣਾ ਸੁਨੱਖਾ ਸੀ, ਜਦੋਂ ਕਿ ਮੈਂ ਉਸਦੇ ਅੱਗੇ ਕੁਝ ਵੀ ਨਹੀਂ ਸੀ। ਮੈਂ ਵਿਲੀਅਮ ਦੇ ਇਸ ਪ੍ਰਪੋਜ਼ਲ ਤੋਂ ਚੰਗੀ ਤਰ੍ਹਾਂ ਖੁਸ਼ ਵੀ ਨਹੀਂ ਹੋ ਸਕੀ ਸੀ ਕਿ ਭਾਬੀ ਨੇ ਮੇਰੀ ਇਸ ਦੋਸਤੀ ਬਾਰੇ ਮੇਰੇ ਭਾਈ ਨੂੰ ਦੱਸ ਦਿੱਤਾ, ਅਤੇ ਅਗਲੇ ਹੀ ਦਿਨ ਭਾਈ ਨੇ ਗੁੱਸੇ ਵਿੱਚ ਮੇਰੇ ਤੋਂ ਮੋਬਾਈਲ ਫੋਨ ਲੈ ਲਿਆ। ਮੈਂ ਹਲੇ ਪ੍ਰਪੋਜ਼ਲ ਦਾ ਜਵਾਬ ਵੀ ਨਹੀਂ ਦਿੱਤਾ ਸੀ ਅਤੇ ਮੇਰੇ ਤੋਂ ਫੋਨ ਖੋਹ ਲਿਆ ਗਿਆ। ਮੈਂ ਬਿਨਾਂ ਪਾਣੀ ਦੀ ਮੱਛਲੀ ਦੀ ਤਰ੍ਹਾਂ ਤੜਫ ਰਹੀ ਸੀ। ਮੈਨੂੰ ਵਿਲੀਅਮ ਦੀ ਇੰਨੀ ਆਦਤ ਹੋ ਗਈ ਸੀ ਕਿ ਮੈਂ ਉਸਦੇ ਬਿਨਾਂ ਇੱਕ ਦਿਨ ਵੀ ਨਹੀਂ ਗੁਜ਼ਾਰ ਸਕਦੀ ਸੀ, ਅਤੇ ਮੇਰਾ ਫੋਨ ਲਏ ਜਾਣ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਮੈਂ ਵੀ ਉਸਨੂੰ ਪਸੰਦ ਕਰਨ ਲੱਗੀ ਹਾਂ। 2 ਦਿਨ ਵੀ ਨਹੀਂ ਲੰਘੇ ਸਨ ਕਿ ਮੈਂ ਆਪਣੇ ਭਾਈ ਦੇ ਪੈਰਾਂ ਵਿੱਚ ਬੈਠ ਗਈ, ਅਤੇ ਮੈਂ ਡਰਦੇ-ਡਰਦੇ ਵਿਲੀਅਮ ਦੇ ਬਾਰੇ ਵਿੱਚ ਸਭ ਕੁਝ ਦੱਸ ਦਿੱਤਾ, ਅਤੇ ਇਹ ਵੀ ਦੱਸਿਆ ਕਿ ਉਹ ਮੇਰੇ ਨਾਲ ਵਿਆਹ ਕਰਨਾ ਚਾਹੁੰਦਾ ਹੈ। ਮੇਰੀ ਗੱਲ ਸੁਣ ਕੇ ਮੇਰਾ ਭਾਈ ਗੁੱਸੇ ਵਿੱਚ ਕਹਿਣ ਲੱਗਿਆ, ਮੈਨੂੰ ਲੱਗਦਾ ਹੈ ਤੇਰਾ ਦਿਮਾਗ ਖਰਾਬ ਹੋ ਗਿਆ ਹੈ। ਤੈਨੂੰ ਕੁਝ ਪਤਾ ਵੀ ਹੈ ਇਹ ਸਭ ਟਾਈਮ ਪਾਸ ਕਰਨ ਦੇ ਬਹਾਨੇ ਹਨ, ਅਤੇ ਇਸ ਤਰ੍ਹਾਂ ਦੇ ਲੋਕ ਕੁੜੀਆਂ ਨਾਲ ਬਸ ਦਿਲ ਬਹਿਲਾਉਂਦੇ ਹਨ। ਉਹ ਤੇਰੀ ਮਾਸੂਮੀਅਤ ਦਾ ਫਾਇਦਾ ਚੁੱਕ ਕੇ ਕੁਝ ਸਮਾਂ ਤੇਰੇ ਨਾਲ ਗੁਜ਼ਾਰੇਗਾ, ਅਤੇ ਫਿਰ ਤੈਨੂੰ ਛੱਡ ਕੇ ਕਿਸੇ ਦੂਜੀ ਕੁੜੀ ਨੂੰ ਸ਼ਿਕਾਰ ਬਣਾਉਣ ਲਈ ਨਿਕਲ ਜਾਵੇਗਾ।
ਮੈਂ ਆਪਣੇ ਭਾਈ ਨੂੰ ਲੱਖ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਵਿਲੀਅਮ ਦੂਜੇ ਮੁੰਡਿਆਂ ਦੀ ਤਰ੍ਹਾਂ ਨਹੀਂ ਹੈ, ਪਰ ਮੇਰਾ ਭਾਈ ਮੰਨਣ ਲਈ ਬਿਲਕੁਲ ਵੀ ਤਿਆਰ ਨਹੀਂ ਸੀ। ਮੇਰਾ ਫੋਨ ਤਾਂ ਵਾਪਸ ਦੇ ਦਿੱਤਾ, ਪਰ ਸਖਤੀ ਨਾਲ ਮਨਾ ਕਰ ਦਿੱਤਾ ਕਿ ਮੈਂ ਵਿਲੀਅਮ ਨਾਲ ਦੁਬਾਰਾ ਗੱਲ ਨਾ ਕਰਾਂ। ਪਰ ਇਹ ਕਿਵੇਂ ਹੋ ਸਕਦਾ ਸੀ? ਦੋ ਪਿਆਰ ਕਰਨ ਵਾਲੇ ਇੱਕ ਦੂਜੇ ਤੋਂ ਕਿਵੇਂ ਦੂਰ ਰਹਿ ਸਕਦੇ ਸਨ? ਇਸ ਲਈ ਮੈਂ ਵਿਲੀਅਮ ਨੂੰ ਫੋਨ ਕੀਤਾ ਅਤੇ ਉਸ ਨੂੰ ਆਪਣੇ ਭਾਈ ਦੇ ਗੁੱਸੇ ਦੇ ਬਾਰੇ ਵਿੱਚ ਦੱਸਿਆ। ਤਾਂ ਵਿਲੀਅਮ ਨੇ ਮੈਨੂੰ ਕਿਹਾ ਕਿ ਮੈਂ ਉਸ ਦੀ ਗੱਲ ਆਪਣੇ ਭਾਈ ਨਾਲ ਕਰਵਾਵਾਂ ਅਤੇ ਉਹ ਆਪ ਹੀ ਸਾਡੇ ਵਿਆਹ ਦੀ ਗੱਲ ਕਰ ਲਵੇਗਾ। ਇਹ ਸੁਣ ਕੇ ਮੇਰੇ ਹੋਸ਼ ਉੱਡ ਗਏ। ਪਤਾ ਨਹੀਂ ਉਹ ਭਾਈ ਨਾਲ ਕੀ ਗੱਲ ਕਰਨ ਵਾਲਾ ਸੀ ਅਤੇ ਮੇਰਾ ਭਾਈ ਉਸ ਦੀ ਗੱਲ ਸੁਣ ਕੇ ਕਿਵੇਂ ਰਿਐਕਟ ਕਰੇਗਾ। ਉਸ ਦੇ ਬਹੁਤ ਜ਼ਿਆਦਾ ਜ਼ੋਰ ਪਾਉਣ 'ਤੇ ਮੈਂ ਉਸ ਦੀ ਗੱਲ ਆਪਣੇ ਭਾਈ ਨਾਲ ਕਰਵਾ ਦਿੱਤੀ। ਵਿਲੀਅਮ ਨੇ ਪਤਾ ਨਹੀਂ ਮੇਰੇ ਭਾਈ ਨੂੰ ਕੀ ਕਿਹਾ ਕਿ ਉਹ ਸਾਡੇ ਵਿਆਹ ਲਈ ਰਾਜ਼ੀ ਹੋ ਗਏ ਅਤੇ ਉਹਨਾਂ ਨੇ ਫੋਨ 'ਤੇ ਹੀ ਸਾਡਾ ਮੰਗਣਾ ਕਰਵਾ ਦਿੱਤਾ। ਪਰ ਇੱਕ ਗੱਲ ਮੇਰੇ ਭਾਈ ਨੇ ਮੈਨੂੰ ਸਾਫ਼ ਤੌਰ 'ਤੇ ਕਹਿ ਦਿੱਤੀ ਸੀ ਕਿ ਇਹ ਰਿਸ਼ਤਾ ਉਹਨਾਂ ਨੇ ਸਿਰਫ ਅਤੇ ਸਿਰਫ ਮੇਰੇ ਕਰਕੇ ਕੀਤਾ ਹੈ ਅਤੇ ਇਹ ਸਾਰੀ ਜ਼ਿੰਮੇਵਾਰੀ ਮੇਰੀ ਆਪਣੀ ਹੋਵੇਗੀ। ਮੈਂ ਆਪਣੇ ਭਾਈ ਨੂੰ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਇੱਕ ਵਾਰ ਵਿਲੀਅਮ ਨਾਲ ਮੇਰਾ ਵਿਆਹ ਹੋ ਜਾਵੇ ਤਾਂ ਮੈਂ ਵਿਦਾ ਹੋ ਕੇ ਫਰਾਂਸ ਚਲੀ ਜਾਵਾਂਗੀ ਅਤੇ ਉਹਨਾਂ ਨੂੰ ਕਦੇ-ਕਦੇ ਹੀ ਮਿਲਣ ਆ ਸਕਾਂਗੀ। ਮੇਰੇ ਮਾਂ-ਬਾਪ ਨਹੀਂ ਸਨ, ਬਸ ਮੇਰੇ ਭਾਈ ਹੀ ਮੇਰਾ ਸਹਾਰਾ ਸਨ ਅਤੇ ਵਿਲੀਅਮ ਦੀ ਮੁਹੱਬਤ ਕਰਕੇ ਇਹ ਆਸਰਾ ਵੀ ਮੇਰੇ ਤੋਂ ਦੂਰ ਹੋ ਰਿਹਾ ਸੀ। ਪਰ ਮੇਰੇ ਉੱਪਰ ਪਿਆਰ ਦਾ ਭੂਤ ਇਸ ਕਦਰ ਸਵਾਰ ਸੀ ਕਿ ਮੈਨੂੰ ਹੋਰ ਕੋਈ ਵੀ ਰਿਸ਼ਤਾ ਨਹੀਂ ਦਿਖ ਰਿਹਾ ਸੀ। ਮੈਂ ਆਪਣੀ ਸਹੇਲੀ ਨੂੰ ਜਦੋਂ ਇਸ ਰਿਸ਼ਤੇ ਬਾਰੇ ਦੱਸਿਆ ਤਾਂ ਉਸਨੇ ਮੈਨੂੰ ਕਿਹਾ ਕਿ ਫਰਾਂਸੀਸੀ ਆਦਮੀ ਉੱਪਰ ਭਰੋਸਾ ਕਰਕੇ ਤੂੰ ਬਹੁਤ ਵੱਡੀ ਬੇਵਕੂਫੀ ਕਰ ਰਹੀ ਹੈ। ਕੀ ਤੈਨੂੰ ਨਹੀਂ ਪਤਾ ਹੈ ਕਿ ਉੱਥੇ ਕਿਸ ਤਰ੍ਹਾਂ ਔਰਤਾਂ ਨੂੰ ਅਯਾਸ਼ੀ ਦਾ ਸਮਾਨ ਸਮਝਿਆ ਜਾਂਦਾ ਹੈ? ਪਰ ਮੈਂ ਉਸਦੀ ਇੱਕ ਗੱਲ ਨਹੀਂ ਸੁਣੀ। ਵਿਲੀਅਮ ਨੇ ਸੱਚਮੁੱਚ ਹੀ ਆਪਣੇ ਪਿਆਰ ਨੂੰ ਸਿਰੇ ਚੜ੍ਹਾਇਆ। ਮੰਗਣੇ ਤੋਂ ਬਾਅਦ ਇਹ ਪਹਿਲੀ ਰਾਤ ਸੀ ਜਦੋਂ ਮੈਂ ਅਤੇ ਵਿਲੀਅਮ ਵੀਡੀਓ ਕਾਲ 'ਤੇ ਆਮਣੇ ਸਾਹਮਣੇ ਆਏ। ਇਸ ਤੋਂ ਪਹਿਲਾਂ ਅਸੀਂ ਕਦੇ ਵੀ ਵੀਡੀਓ ਕਾਲ ਨਹੀਂ ਕੀਤੀ ਸੀ। ਵਿਲੀਅਮ ਨੇ ਮੈਨੂੰ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਅਤੇ ਫਿਰ ਇੱਕ ਅਜੀਬ ਜਿਹੀ ਡਿਮਾਂਡ ਕੀਤੀ ਜਿਸ ਨੂੰ ਸੁਣ ਕੇ ਮੈਂ ਹੈਰਾਨ ਰਹਿ ਗਈ। ਉਹ ਕਹਿਣ ਲੱਗਿਆ, ਇੱਕ ਵਾਰ ਮੈਂ ਤੇਰੀ ਨਾਭੀ ਦੇਖਣਾ ਚਾਹੁੰਦਾ ਹਾਂ। ਇਹ ਸੁਣ ਕੇ ਮੈਨੂੰ ਬਹੁਤ ਸ਼ਰਮ ਆਈ। ਸਾਡਾ ਦੋਵਾਂ ਦਾ ਰਿਸ਼ਤਾ ਹੋ ਚੁੱਕਿਆ ਸੀ, ਪਰ ਇਸ ਤਰ੍ਹਾਂ ਵਿਲੀਅਮ ਨੂੰ ਆਪਣਾ ਪੇਟ ਦਿਖਾਉਣਾ ਮੈਨੂੰ ਕੁਝ ਅਜੀਬ ਲੱਗ ਰਿਹਾ ਸੀ। ਉਹ ਕਹਿਣ ਲੱਗਿਆ, ਇਸ ਵਿੱਚ ਸ਼ਰਮਾਉਣ ਦੀ ਕੀ ਗੱਲ ਹੈ? ਹੁਣ ਤੂੰ ਮੇਰੀ ਪਤਨੀ ਹੋਣ ਵਾਲੀ ਹੈ ਅਤੇ ਮੈਂ ਸਿਰਫ ਤੇਰੀ ਨਾਭੀ ਹੀ ਦੇਖਣੀ ਹੈ। ਮੈਂ ਉਸ ਨੂੰ ਪੁੱਛਿਆ, ਵਿਲੀਅਮ, ਇਹ ਨਾਭੀ ਵਾਲੀ ਕੀ ਗੱਲ ਹੈ ਜੋ ਤੁਸੀਂ ਅਕਸਰ ਹੀ ਨਾਭੀ ਵਿੱਚ ਤੇਲ ਲਗਾਉਣ ਦੀ ਗੱਲ ਕਰਦੇ ਰਹਿੰਦੇ ਹੋ? ਤਾਂ ਉਹ ਕਹਿਣ ਲੱਗਿਆ, ਜਦੋਂ ਤੂੰ ਇੱਥੇ ਆਵੇਂਗੀ ਤਾਂ ਮੈਂ ਤੈਨੂੰ ਦੱਸਾਂਗਾ ਕਿ ਫਰਾਂਸੀਸੀ ਔਰਤਾਂ ਆਪਣੇ ਪਤੀਆਂ ਕੋਲ ਆਉਣ ਤੋਂ ਪਹਿਲਾਂ ਨਾਭੀ ਵਿੱਚ ਤੇਲ ਕਿਉਂ ਲਗਾਉਂਦੀਆਂ ਹਨ। ਇਹ ਸੁਣ ਕੇ ਮੈਨੂੰ ਬਹੁਤ ਸ਼ਰਮ ਆਈ ਅਤੇ ਮੈਂ ਵਿਲੀਅਮ ਨੂੰ ਕਿਹਾ ਕਿ ਮੈਂ ਤਾਂ ਫਰਾਂਸੀਸੀ ਔਰਤ ਨਹੀਂ ਹਾਂ। ਤਾਂ ਉਹ ਕਹਿਣ ਲੱਗਿਆ, ਤੇਰਾ ਵਿਆਹ ਇੱਕ ਫਰਾਂਸੀਸੀ ਮਰਦ ਨਾਲ ਹੋਣ ਵਾਲਾ ਹੈ ਅਤੇ ਜਲਦੀ ਹੀ ਤੂੰ ਵੀ ਫਰਾਂਸੀਸੀ ਔਰਤ ਹੀ ਕਹਾਵੇਂਗੀ। ਸਾਡੇ ਮੰਗਣੇ ਤੋਂ ਬਾਅਦ ਉਹ ਬਹੁਤ ਕਾਹਲਾ ਹੋ ਗਿਆ ਸੀ। ਉਹ ਹਰ ਵੇਲੇ ਮੈਨੂੰ ਆਪਣੇ ਕੋਲ ਬੁਲਾਉਣ ਦੀ ਗੱਲ ਕਰਦਾ ਸੀ। ਪੂਰੇ 2 ਮਹੀਨੇ ਬਾਅਦ ਉਸਨੇ ਸਾਰੀ ਕਾਰਵਾਈ ਪੂਰੀ ਕਰਕੇ ਪੰਜਾਬ ਆ ਕੇ ਸਾਰੇ ਰਸਮਾਂ ਰਿਵਾਜਾਂ ਦੇ ਮੁਤਾਬਕ ਮੈਨੂੰ ਆਪਣਾ ਬਣਾ ਲਿਆ ਅਤੇ ਵਿਆਹ ਤੋਂ ਅਗਲੇ ਹੀ ਦਿਨ ਮੈਨੂੰ ਫਰਾਂਸ ਲੈ ਕੇ ਉੱਡ ਗਿਆ। ਮੈਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਮੇਰੇ ਭਾਈ ਇਸ ਰਿਸ਼ਤੇ ਤੋਂ ਖੁਸ਼ ਨਹੀਂ ਹਨ। ਸਾਨੂੰ ਏਅਰਪੋਰਟ ਛੱਡਣ ਵੇਲੇ ਵੀ ਮੇਰੇ ਭਾਈ ਦਾ ਵਰਤਾਓ ਕੁਝ ਠੀਕ ਨਹੀਂ ਸੀ। ਸ਼ਾਇਦ ਉਹਨਾਂ ਨੂੰ ਇਸ ਗੱਲ ਦਾ ਦੁੱਖ ਸੀ ਕਿ ਮੈਂ ਆਪਣੀ ਪਸੰਦ ਨਾਲ ਵਿਦੇਸ਼ ਵਿੱਚ ਬੈਠੇ ਮੁੰਡੇ ਨਾਲ ਵਿਆਹ ਕਰ ਲਿਆ ਹੈ ਜਿਸ ਤੋਂ ਉਹ ਬਿਲਕੁਲ ਅਣਜਾਣ ਸਨ। ਮੇਰੇ ਭਾਈ ਨੇ ਮੈਨੂੰ ਕਿਹਾ, ਤੂੰ ਆਪਣੀ ਜ਼ਿੰਦਗੀ ਦਾ ਐਡਾ ਵੱਡਾ ਫੈਸਲਾ ਆਪਣੀ ਮਰਜ਼ੀ ਨਾਲ ਲਿਆ ਹੈ ਤਾਂ ਹੁਣ ਚੰਗਾ ਇਹੀ ਹੋਵੇਗਾ ਕਿ ਤੂੰ ਅੱਗੇ ਵੀ ਆਪਣੀ ਮਰਜ਼ੀ ਅਤੇ ਸਮਝ ਨਾਲ ਹੀ ਇਸ ਰਿਸ਼ਤੇ ਨੂੰ ਨਿਭਾਵੇਂ। ਮੈਂ ਆਪਣੇ ਭਾਈ ਨੂੰ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ, ਵਿਲੀਅਮ ਸੱਚਮੁੱਚ ਹੀ ਬਹੁਤ ਚੰਗਾ ਮੁੰਡਾ ਹੈ। ਆਪਣੇ ਭਾਈ ਤੋਂ ਵਿਦਾ ਲੈ ਕੇ ਮੈਂ ਖੁਸ਼ੀ-ਖੁਸ਼ੀ ਜਹਾਜ਼ ਵਿੱਚ ਬੈਠ ਗਈ। ਮੈਨੂੰ ਆਉਣ ਵਾਲੇ ਕੱਲ੍ਹ ਦਾ ਡਰ ਘੱਟ ਅਤੇ ਵਿਲੀਅਮ ਦੇ ਘਰ ਪਹੁੰਚਣ ਦੀ ਖੁਸ਼ੀ ਜ਼ਿਆਦਾ ਸੀ। ਪਰ ਸਾਨੂੰ ਏਅਰਪੋਰਟ 'ਤੇ ਕੋਈ ਵੀ ਲੈਣ ਨਹੀਂ ਆਇਆ, ਬਲਕਿ ਇਹ ਤਾਂ ਦੂਜੇ ਸ਼ਹਿਰ ਦਾ ਏਅਰਪੋਰਟ ਸੀ ਅਤੇ ਇੱਥੋਂ ਪੈਰਿਸ ਤੱਕ ਗੱਡੀ ਵਿੱਚ ਬੈਠ ਕੇ ਜਾਣਾ ਸੀ। ਪਰ ਜੋ ਗੱਲ ਹੈਰਾਨ ਕਰ ਦੇਣ ਵਾਲੀ ਸੀ ਉਹ ਇਹ ਸੀ ਕਿ ਵਿਲੀਅਮ ਦਾ ਰਵੱਈਆ ਇੱਥੇ ਪਹੁੰਚਦੇ ਹੀ ਬਦਲ ਗਿਆ ਸੀ। ਮੈਂ ਸੋਚਿਆ ਸੀ ਕਿ ਉਹ ਫਰਾਂਸ ਆ ਕੇ ਨੱਚਦਾ ਫਿਰੇਗਾ ਅਤੇ ਬਹੁਤ ਚੰਗੀ ਤਰ੍ਹਾਂ ਮੇਰਾ ਵੈਲਕਮ ਕਰੇਗਾ, ਪਰ ਉਹ ਤਾਂ ਅਜੀਬ ਜਿਹੀ ਜਲਦਬਾਜ਼ੀ ਵਿੱਚ ਸੀ। ਉਸਨੇ ਮੇਰਾ ਹੱਥ ਫੜਿਆ ਅਤੇ ਮੈਨੂੰ ਖਿੱਚਦਾ ਹੋਇਆ ਗੱਡੀ ਤੱਕ ਲੈ ਕੇ ਚਲਾ ਗਿਆ ਅਤੇ ਮੈਨੂੰ ਗੱਡੀ ਵਿੱਚ ਬਿਠਾ ਦਿੱਤਾ।
ਮੈਂ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਮੈਨੂੰ ਚੁੱਪ ਰਹਿਣ ਦਾ ਇਸ਼ਾਰਾ ਕਰ ਦਿੱਤਾ। ਵਿਲੀਅਮ ਦੇ ਇਸ ਵਰਤਾਓ ਨੇ ਮੇਰੇ ਹੋਸ਼ ਉਡਾ ਦਿੱਤੇ ਸਨ। ਇਹ ਤਾਂ ਉਹ ਵਿਲੀਅਮ ਨਹੀਂ ਸੀ ਜਿਸ ਨਾਲ ਮੈਂ ਵਿਆਹ ਕੀਤਾ ਸੀ, ਜਿਸ ਨਾਲ ਮੈਂ ਵੀਡੀਓ ਕਾਲ 'ਤੇ ਘੰਟਿਆਂ ਤੱਕ ਗੱਲਾਂ ਕਰਦੀ ਰਹਿੰਦੀ ਸੀ। ਕਈ ਘੰਟਿਆਂ ਦੇ ਸਫ਼ਰ ਤੋਂ ਬਾਅਦ ਵਿਲੀਅਮ ਨੇ ਮੈਨੂੰ ਇੱਕ ਛੋਟੇ ਜਿਹੇ ਹੋਟਲ ਵਿੱਚ ਠਹਿਰਾ ਦਿੱਤਾ ਅਤੇ ਕਹਿਣ ਲੱਗਿਆ ਕਿ ਤੈਨੂੰ ਕੁਝ ਦਿਨ ਇੱਥੇ ਹੀ ਰਹਿਣਾ ਹੈ। ਜਦੋਂ ਉਹ ਮੈਨੂੰ ਛੱਡ ਕੇ ਜਾਣ ਲੱਗਿਆ ਤਾਂ ਮੇਰੀ ਜਾਨ ਹੀ ਨਿਕਲ ਗਈ। ਪਰਦੇਸ ਵਿੱਚ ਇਸ ਤਰ੍ਹਾਂ ਇਕੱਲੇ ਹੋਟਲ ਵਿੱਚ ਰਹਿਣਾ ਮੇਰੇ ਲਈ ਬਿਲਕੁਲ ਵੀ ਸੰਭਵ ਨਹੀਂ ਸੀ। ਮੈਂ ਰੋਂਦੇ ਹੋਏ ਵਿਲੀਅਮ ਨੂੰ ਪੁੱਛਿਆ ਕਿ ਉਹ ਮੇਰੇ ਨਾਲ ਇਸ ਤਰ੍ਹਾਂ ਕਿਉਂ ਪੇਸ਼ ਆ ਰਿਹਾ ਹੈ ਅਤੇ ਮੈਂ ਇੱਥੇ ਇਕੱਲੀ ਕਦੋਂ ਤੱਕ ਅਤੇ ਕਿਵੇਂ ਰਹਾਂਗੀ। ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗਿਆ ਕਿ ਰੋਣ ਧੋਣ ਦੀ ਜ਼ਰੂਰਤ ਨਹੀਂ ਹੈ, ਮੈਂ ਰਾਤ ਨੂੰ ਵਾਪਸ ਆ ਜਾਵਾਂਗਾ। ਉਹ ਇੰਨੀ ਜਲਦੀ ਵਿੱਚ ਸੀ ਕਿ ਉਹ ਮੇਰੇ ਕੋਲ ਕੁਝ ਦੇਰ ਤੱਕ ਰੁਕਿਆ ਵੀ ਨਹੀਂ। ਜਾਂਦੇ ਜਾਂਦੇ ਉਸਨੇ ਕਿਹਾ ਕਿ ਜੇਕਰ ਮੈਂ ਕੁਝ ਵੀ ਖਾਣਾ ਪੀਣਾ ਹੋਵੇ ਤਾਂ ਫ਼ੋਨ ਕਰਕੇ ਹੋਟਲ ਵਾਲਿਆਂ ਨੂੰ ਦੱਸ ਸਕਦੀ ਹਾਂ। ਉਸਦੇ ਜਾਣ ਤੋਂ ਬਾਅਦ ਮੈਂ ਕਈ ਘੰਟਿਆਂ ਤੱਕ ਰੋਂਦੀ ਰਹੀ। ਮੈਨੂੰ ਲੱਗ ਰਿਹਾ ਸੀ ਕਿ ਸ਼ਾਇਦ ਮੇਰੇ ਭਾਈ ਦੀ ਗੱਲ ਠੀਕ ਹੀ ਸੀ। ਮੈਂ ਇੱਕ ਅਣਜਾਣ ਆਦਮੀ ਉੱਪਰ ਭਰੋਸਾ ਕਰਕੇ ਬਹੁਤ ਵੱਡੀ ਗਲਤੀ ਕੀਤੀ ਹੈ। ਜਦੋਂ ਵਿਲੀਅਮ ਵਾਪਸ ਆਇਆ ਤਾਂ ਉਸਦੇ ਹੱਥ ਵਿੱਚ ਇੱਕ ਤੇਲ ਦੀ ਸ਼ੀਸ਼ੀ ਸੀ। ਉਹ ਮੇਰੇ ਕੋਲ ਆ ਕੇ ਬੈਠ ਗਿਆ ਅਤੇ ਕਹਿਣ ਲੱਗਿਆ, ਤੂੰ ਮੈਨੂੰ ਨਾ ਹੀ ਕੋਈ ਸਵਾਲ ਪੁੱਛੇਂਗੀ ਅਤੇ ਨਾ ਹੀ ਮੈਂ ਤੇਰੇ ਕਿਸੇ ਗੱਲ ਦਾ ਜਵਾਬ ਦੇਵਾਂਗਾ। ਜਦੋਂ ਠੀਕ ਸਮਾਂ ਹੋਵੇਗਾ ਤਾਂ ਮੈਂ ਆਪ ਤੈਨੂੰ ਸਭ ਕੁਝ ਦੱਸ ਦੇਵਾਂਗਾ। ਇਹ ਤੇਲ ਦੀ ਸ਼ੀਸ਼ੀ ਲੈ ਅਤੇ ਆਪਣੀ ਨਾਭੀ ਵਿੱਚ ਤੇਲ ਲਗਾ ਲੈ। ਮੈਂ ਉਸਦੇ ਹੱਥ ਵਿੱਚੋਂ ਤੇਲ ਦੀ ਸ਼ੀਸ਼ੀ ਫੜ ਲਈ, ਪਰ ਉਸ ਤੇਲ ਨੂੰ ਲਗਾਉਣ ਦਾ ਮੇਰਾ ਕੋਈ ਇਰਾਦਾ ਨਹੀਂ ਸੀ। ਪਤਾ ਨਹੀਂ ਉਹ ਮੇਰੇ ਤੋਂ ਕੀ ਚਾਹੁੰਦਾ ਸੀ। ਇਸ ਵੇਲੇ ਮੈਂ ਉਸਦੇ ਹੀ ਸਹਾਰੇ ਸੀ, ਇਸ ਲਈ ਮੈਂ ਜ਼ਿਆਦਾ ਸਵਾਲ ਜਵਾਬ ਵੀ ਨਹੀਂ ਕਰ ਸਕਦੀ ਸੀ। ਜਦੋਂ ਉਸਨੇ ਦੇਖਿਆ ਕਿ ਮੈਂ ਤੇਲ ਦੀ ਸ਼ੀਸ਼ੀ ਲੈ ਕੇ ਬੈਠ ਗਈ ਹਾਂ ਅਤੇ ਇਸ ਨੂੰ ਲਗਾਉਣ ਦਾ ਮੇਰਾ ਕੋਈ ਇਰਾਦਾ ਨਹੀਂ ਹੈ ਤਾਂ ਉਹ ਬਹੁਤ ਗੁੱਸਾ ਹੋ ਗਿਆ ਅਤੇ ਕਹਿਣ ਲੱਗਿਆ, ਮੈਂ ਬਸ ਕੁਝ ਦੇਰ ਲਈ ਹੀ ਇੱਥੇ ਆਇਆ ਹਾਂ, ਇਸ ਲਈ ਫਟਾਫਟ ਆਪਣੀ ਨਾਭੀ ਵਿੱਚ ਤੇਲ ਲਗਾ ਲੈ। ਵਿਲੀਅਮ ਦਾ ਗੁੱਸੇ ਭਰਿਆ ਅੰਦਾਜ਼ ਦੇਖ ਕੇ ਮੈਂ ਤੁਰੰਤ ਆਪਣੀ ਨਾਭੀ ਵਿੱਚ ਤੇਲ ਲਗਾ ਲਿਆ। ਮੇਰੇ ਤੇਲ ਲਗਾਉਣ ਤੋਂ ਬਾਅਦ ਵਿਲੀਅਮ ਦਾ ਮਿਜ਼ਾਜ ਇੱਕਦਮ ਹੀ ਬਦਲ ਗਿਆ ਅਤੇ ਉਹ ਮੇਰੇ ਨਾਲ ਪਿਆਰ ਨਾਲ ਪੇਸ਼ ਆਉਣ ਲੱਗਿਆ। ਉਸਦੇ ਇਸ ਬਦਲਦੇ ਹੋਏ ਅੰਦਾਜ਼ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਈ। ਥੋੜ੍ਹੀ ਦੇਰ ਵਿੱਚ ਹੀ ਸਾਡੇ ਦੋਵਾਂ ਦੇ ਫਾਸਲੇ ਮਿਟ ਗਏ ਅਤੇ ਕੁਝ ਦੇਰ ਬਾਅਦ ਅਚਾਨਕ ਹੀ ਉਸਨੇ ਵਾਪਸ ਜਾਣ ਦਾ ਕਹਿ ਦਿੱਤਾ। ਜਿਸ ਤਰ੍ਹਾਂ ਉਹ ਹਨੇਰੇ ਵਿੱਚ ਆਇਆ ਸੀ ਉਸੇ ਤਰ੍ਹਾਂ ਹੀ ਹਨੇਰੇ ਵਿੱਚ ਵਾਪਸ ਚਲਾ ਗਿਆ। ਉਸਨੇ ਕਿਹਾ ਕਿ ਹੁਣ ਉਹ 2 ਦਿਨ ਬਾਅਦ ਆਵੇਗਾ ਅਤੇ ਮੈਂ ਉਸਦੀ ਇਹ ਗੱਲ ਸੁਣ ਕੇ ਬਹੁਤ ਪਰੇਸ਼ਾਨ ਹੋ ਗਈ। ਉਸਨੇ ਮੈਨੂੰ ਇੱਕ ਮੋਬਾਈਲ ਫ਼ੋਨ ਦੇ ਦਿੱਤਾ ਸੀ, ਪਰ ਉਸ ਫ਼ੋਨ ਵਿੱਚ ਕਿਸੇ ਦਾ ਵੀ ਨੰਬਰ ਨਹੀਂ ਸੀ। ਮੈਨੂੰ ਆਪਣੇ ਭਾਈ ਦਾ ਫ਼ੋਨ ਨੰਬਰ ਯਾਦ ਸੀ, ਇਸ ਲਈ ਮੈਂ ਆਪਣੇ ਭਾਈ ਨੂੰ ਫ਼ੋਨ ਲਗਾ ਲਿਆ। ਉਹਨਾਂ ਨੇ ਹਲਕੇ ਫੁਲਕੇ ਅੰਦਾਜ਼ ਵਿੱਚ ਮੇਰਾ ਹਾਲ ਚਾਲ ਪੁੱਛਿਆ ਅਤੇ ਫ਼ੋਨ ਕੱਟ ਦਿੱਤਾ। ਆਪਣੇ ਭਾਈ ਦੇ ਇਸ ਤਰ੍ਹਾਂ ਗੈਰਾਂ ਵਾਲੇ ਅੰਦਾਜ਼ ਨੇ ਮੈਨੂੰ ਇਹ ਹਕੀਕਤ ਚੰਗੀ ਤਰ੍ਹਾਂ ਸਮਝਾ ਦਿੱਤੀ ਸੀ ਕਿ ਹੁਣ ਉਹ ਮੇਰੇ ਨਾਲ ਕੋਈ ਵਾਹ ਵਾਸਤਾ ਨਹੀਂ ਰੱਖਣਾ ਚਾਹੁੰਦੇ। ਹਾਲੇ 1 ਦਿਨ ਵੀ ਨਹੀਂ ਲੰਘਿਆ ਸੀ ਕਿ ਮੈਨੂੰ ਬਹੁਤ ਤੇਜ਼ ਬੁਖਾਰ ਹੋ ਗਿਆ। ਨਵੀਂ ਜਗ੍ਹਾ ਅਤੇ ਇਕੱਲੇਪਨ ਦੇ ਡਰ ਨੇ ਮੈਨੂੰ ਬਿਮਾਰ ਕਰ ਦਿੱਤਾ। ਮਜਬੂਰੀ ਵਿੱਚ ਮੈਂ ਵਿਲੀਅਮ ਨੂੰ ਫ਼ੋਨ ਕੀਤਾ ਤਾਂ ਉਹ ਕੁਝ ਦਵਾਈ ਲੈ ਕੇ ਮੇਰੇ ਕੋਲ ਆ ਗਿਆ ਅਤੇ ਨਾਲ ਹੀ ਇੱਕ ਅਜੀਬ ਜਿਹਾ ਸੁਰਖ ਲਾਲ ਰੰਗ ਦਾ ਗਾਊਨ ਵੀ ਲੈ ਕੇ ਆਇਆ। ਉਸਨੇ ਕਿਹਾ, ਫਟਾਫਟ ਦਵਾਈ ਖਾ ਲੈ ਅਤੇ ਰਾਤ ਤੱਕ ਠੀਕ ਹੋ ਜਾ ਅਤੇ ਇਹ ਗਾਊਨ ਪਾ ਕੇ ਤਿਆਰ ਹੋ ਜਾਈਂ। ਰਾਤ ਨੂੰ ਮੈਂ ਤੈਨੂੰ ਕਿਸੇ ਦਾਵਤ ਵਿੱਚ ਲੈ ਕੇ ਜਾਣਾ ਹੈ। ਉੱਥੇ ਅਸੀਂ ਕੁਝ ਲੋਕਾਂ ਨੂੰ ਮਿਲਣਾ ਹੈ। ਮੈਨੂੰ ਵਿਲੀਅਮ ਦੀ ਬਿਲਕੁਲ ਵੀ ਸਮਝ ਨਹੀਂ ਆ ਰਹੀ ਸੀ ਕਿ ਉਹ ਮੇਰੇ ਨਾਲ ਕੀ ਕਰਨਾ ਚਾਹੁੰਦਾ ਸੀ। ਮੁਹੱਬਤ ਦੇ ਜੋ ਸੋਹਣੇ ਸੋਹਣੇ ਸੁਪਨੇ ਦੇਖ ਕੇ ਮੈਂ ਇੱਥੇ ਤੱਕ ਆਈ ਸੀ, ਉਹ ਸਭ ਮੈਨੂੰ ਸਿਰਫ ਇੱਕ ਧੋਖੇ ਵਰਗੇ ਮਹਿਸੂਸ ਹੋ ਰਹੇ ਸਨ। ਮੇਰੀ ਤਬੀਅਤ ਇੰਨੀ ਖਰਾਬ ਸੀ ਅਤੇ ਵਿਲੀਅਮ ਨੂੰ ਦਾਵਤ 'ਤੇ ਜਾਣ ਦੀ ਪਈ ਹੋਈ ਸੀ। ਮੈਂ ਪੁੱਛਿਆ ਕਿ ਅਸੀਂ ਕਿਸ ਦਾਵਤ 'ਤੇ ਜਾਣਾ ਹੈ ਤਾਂ ਉਹ ਕਹਿਣ ਲੱਗਿਆ ਕਿ ਉਸਦੇ ਕਿਸੇ ਦੋਸਤ ਦਾ ਵਿਆਹ ਹੈ। ਇਹ ਸੁਣ ਕੇ ਮੈਨੂੰ ਤਸੱਲੀ ਹੋਈ ਕਿ ਚਲੋ ਮੈਂ ਉਸਦੀ ਪਤਨੀ ਬਣ ਕੇ ਕੁਝ ਲੋਕਾਂ ਨੂੰ ਤਾਂ ਮਿਲ ਸਕਾਂਗੀ। ਰਾਤ ਤੱਕ ਮੇਰੀ ਤਬੀਅਤ ਵਿੱਚ ਕਾਫੀ ਸੁਧਾਰ ਹੋ ਚੁੱਕਿਆ ਸੀ ਅਤੇ ਮੈਂ ਉਹ ਸੁਰਖ ਲਾਲ ਰੰਗ ਦਾ ਗਾਊਨ ਪਾ ਕੇ ਤਿਆਰ ਹੋ ਗਈ ਸੀ। ਉਸਦੇ ਨਾਲ ਬਹੁਤ ਸਾਰੇ ਸੋਨੇ ਦੇ ਗਹਿਣੇ ਵੀ ਸਨ ਜੋ ਮੈਂ ਆਪਣੇ ਗਲ ਵਿੱਚ ਪਾ ਲਏ। ਵਿਆਹ ਵਿੱਚ ਪਹੁੰਚ ਕੇ ਵਿਲੀਅਮ ਨੇ ਮੈਨੂੰ ਆਪਣੇ ਕੁਝ ਦੋਸਤਾਂ ਨਾਲ ਮਿਲਵਾਇਆ, ਪਰ ਉਸਨੇ ਸਭ ਦੋਸਤਾਂ ਨੂੰ ਇਹੀ ਕਿਹਾ ਕਿ ਇਹ ਮੇਰੀ ਦੋਸਤ ਹੈ। ਉਸਨੇ ਸਾਡੇ ਵਿਆਹ ਦਾ ਕੋਈ ਜ਼ਿਕਰ ਨਹੀਂ ਕੀਤਾ। ਮੇਰੀਆਂ ਸਾਰੀਆਂ ਖੁਸ਼ੀਆਂ ਅਤੇ ਸਾਰੇ ਸੁਪਨੇ ਖਤਮ ਹੋਣ ਲੱਗੇ ਸਨ। ਉਹ ਆਪਣੇ ਦੋਸਤਾਂ ਨਾਲ ਗੱਲਾਂ ਵਿੱਚ ਮਸਤ ਹੋ ਗਿਆ ਅਤੇ ਮੈਂ ਇੰਜ ਹੀ ਵਿਆਹ ਵਾਲੀ ਕੁੜੀ ਕੋਲ ਬੈਠੀ ਰਹੀ। ਮੈਂ ਦੇਖ ਕੇ ਹੈਰਾਨ ਰਹਿ ਗਈ
ਕਿ ਦੁਲਹਨ ਦੀ ਸਹੇਲੀ ਨੇ ਉਸਨੂੰ ਛੋਟੀ ਜਿਹੀ ਤੇਲ ਦੀ ਬੋਤਲ ਲਿਆ ਕੇ ਫੜਾਈ ਅਤੇ ਫਰਾਂਸੀਸੀ ਭਾਸ਼ਾ ਵਿੱਚ ਕੁਝ ਕਿਹਾ ਜੋ ਮੈਨੂੰ ਸਮਝ ਵਿੱਚ ਨਹੀਂ ਆਇਆ। ਪਰ ਮੈਂ ਇੰਨਾ ਸਮਝ ਚੁੱਕੀ ਸੀ ਕਿ ਸੱਚਮੁੱਚ ਹੀ ਫਰਾਂਸੀਸੀ ਔਰਤਾਂ ਪਤੀ ਦੇ ਕੋਲ ਜਾਣ ਤੋਂ ਪਹਿਲਾਂ ਨਾਭੀ ਵਿੱਚ ਤੇਲ ਲਗਾਉਂਦੀਆਂ ਹਨ। ਪਰ ਇਸ ਦਾ ਕਾਰਨ ਮੈਨੂੰ ਹਾਲੇ ਤੱਕ ਪਤਾ ਨਹੀਂ ਲੱਗਿਆ ਸੀ ਅਤੇ ਨਾ ਹੀ ਮੈਂ ਕਿਸੇ ਨੂੰ ਪੁੱਛ ਸਕਦੀ ਸੀ, ਕਿਉਂਕਿ ਉੱਥੇ ਮੌਜੂਦ ਸਾਰੇ ਲੋਕ ਜ਼ਿਆਦਾਤਰ ਫਰਾਂਸੀਸੀ ਭਾਸ਼ਾ ਹੀ ਜਾਣਦੇ ਸਨ। ਵਿਆਹ ਖਤਮ ਹੋਣ ਤੋਂ ਬਾਅਦ ਮੈਂ ਵਿਲੀਅਮ ਨਾਲ ਵਾਪਸ ਹੋਟਲ ਵਿੱਚ ਆ ਗਈ, ਪਰ ਮੈਂ ਉਸ ਨਾਲ ਬਹੁਤ ਨਾਰਾਜ਼ ਸੀ। ਮੈਨੂੰ ਇਹ ਗੱਲ ਬਿਲਕੁਲ ਚੰਗੀ ਨਹੀਂ ਲੱਗੀ ਸੀ ਕਿ ਉਸਨੇ ਮੈਨੂੰ ਆਪਣੀ ਪਤਨੀ ਦੇ ਤੌਰ 'ਤੇ ਆਪਣੇ ਦੋਸਤਾਂ ਨੂੰ ਨਹੀਂ ਮਿਲਵਾਇਆ ਸੀ। ਹੋਟਲ ਆਉਂਦੇ ਹੀ ਉਹ ਮੇਰੇ ਨਾਲ ਪਿਆਰ ਜਤਾਉਣ ਲੱਗਿਆ, ਪਰ ਉਸਨੂੰ ਮੇਰੇ ਵਰਤਾਓ ਤੋਂ ਅੰਦਾਜ਼ਾ ਹੋ ਗਿਆ ਸੀ ਕਿ ਮੇਰਾ ਮਿਜਾਜ ਵਿਗੜਿਆ ਹੋਇਆ ਹੈ। ਵਿਲੀਅਮ ਨੇ ਤੇਲ ਦੀ ਸ਼ੀਸ਼ੀ ਚੁੱਕੀ ਅਤੇ ਕਹਿਣ ਲੱਗਿਆ, ਮੈਂ ਹੁਣੇ ਤੇਰਾ ਮੂਡ ਠੀਕ ਕਰ ਦਿੰਦਾ ਹਾਂ। ਇਹ ਕਹਿ ਕੇ ਉਸਨੇ ਆਪ ਮੇਰੀ ਨਾਭੀ 'ਤੇ ਤੇਲ ਲਗਾਇਆ। ਇਸ ਤੋਂ ਪਹਿਲਾਂ ਕਿ ਮੈਂ ਉਸਨੂੰ ਇਸ ਤੇਲ ਦੀ ਵਜ੍ਹਾ ਪੁੱਛਦੀ, ਹੋਟਲ ਦੇ ਕਮਰੇ ਦੇ ਦਰਵਾਜ਼ੇ ਦੀ ਬੈਲ ਵੱਜੀ। ਵਿਲੀਅਮ ਨੇ ਦਰਵਾਜ਼ਾ ਖੋਲ੍ਹਿਆ ਤਾਂ ਇਹ ਦੇਖ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਕਿ ਦਰਵਾਜ਼ੇ 'ਤੇ ਫਰਾਂਸ ਦੀ ਪੁਲਿਸ ਖੜੀ ਸੀ ਅਤੇ ਉਹਨਾਂ ਨੇ ਵਿਲੀਅਮ ਨੂੰ ਗ੍ਰਿਫਤਾਰ ਕਰ ਲਿਆ। ਉਹ ਲੋਕ ਫਰਾਂਸੀਸੀ ਭਾਸ਼ਾ ਵਿੱਚ ਪਤਾ ਨਹੀਂ ਕੀ ਕੁਝ ਕਹਿ ਰਹੇ ਸਨ ਜੋ ਮੇਰੀ ਸਮਝ ਤੋਂ ਬਾਹਰ ਸੀ, ਪਰ ਵਿਲੀਅਮ ਬਾਰ-ਬਾਰ ਉਹਨਾਂ ਦੀਆਂ ਗੱਲਾਂ ਦਾ ਵਿਰੋਧ ਕਰ ਰਿਹਾ ਸੀ। ਉਹ ਉਸ ਨੂੰ ਗ੍ਰਿਫਤਾਰ ਕਰਕੇ ਆਪਣੇ ਨਾਲ ਲੈ ਗਏ ਅਤੇ ਨਾਲ ਹੀ ਇੱਕ ਲੇਡੀ ਕਾਂਸਟੇਬਲ ਨੇ ਮੈਨੂੰ ਵੀ ਇਸ਼ਾਰੇ ਨਾਲ ਚੱਲਣ ਲਈ ਕਿਹਾ। ਮੈਂ ਬਹੁਤ ਪਰੇਸ਼ਾਨ ਹੋ ਗਈ ਸੀ। ਮੈਂ ਕਦੇ ਜ਼ਿੰਦਗੀ ਵਿੱਚ ਇਸ ਤਰ੍ਹਾਂ ਦੀ ਸਿਚੁਏਸ਼ਨ ਨਹੀਂ ਦੇਖੀ ਸੀ। ਮੈਂ ਲਗਾਤਾਰ ਰੋਂਦੀ ਜਾ ਰਹੀ ਸੀ ਅਤੇ ਮੈਨੂੰ ਆਪਣੇ ਘਰ ਦੀ ਯਾਦ ਆ ਰਹੀ ਸੀ। ਪੁਲਿਸ ਸਟੇਸ਼ਨ ਪਹੁੰਚ ਕੇ ਮੇਰੇ ਲਈ ਇੱਕ ਪੰਜਾਬੀ ਬੋਲਣ ਵਾਲੇ ਪੁਲਿਸ ਵਾਲੇ ਦਾ ਇੰਤਜ਼ਾਮ ਕੀਤਾ ਗਿਆ, ਜਿਸ ਨੇ ਮੈਨੂੰ ਅਜਿਹੀ ਗੱਲ ਦੱਸੀ ਜਿਸ ਨੂੰ ਸੁਣ ਕੇ ਮੇਰੇ ਹੋਸ਼ ਉੱਡ ਗਏ। ਵਿਲੀਅਮ ਦੇ ਬਾਪ ਨੇ ਉਸ ਉੱਪਰ ਚੋਰੀ ਦਾ ਇਲਜ਼ਾਮ ਲਗਾਇਆ ਸੀ। ਉਸਨੇ ਆਪਣੇ ਹੀ ਬਾਪ ਦੀ ਦੁਕਾਨ ਵਿੱਚੋਂ ਬਹੁਤ ਸਾਰੇ ਗਹਿਣੇ ਚੋਰੀ ਕੀਤੇ ਸਨ ਅਤੇ ਉਹ ਸਾਰੇ ਗਹਿਣੇ ਮੇਰੇ ਸਮਾਨ ਵਿੱਚੋਂ ਮਿਲੇ ਸਨ। ਇਹ ਉਹੀ ਗਹਿਣੇ ਸਨ ਜੋ ਵਿਲੀਅਮ ਨੇ ਮੈਨੂੰ ਗਾਊਨ ਦੇ ਨਾਲ ਪਾਉਣ ਲਈ ਦਿੱਤੇ ਸਨ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਵਿਲੀਅਮ ਦੀਆਂ ਤਾਂ ਆਪਣੀਆਂ ਸੋਨੇ ਦੀਆਂ ਦੁਕਾਨਾਂ ਸਨ, ਫਿਰ ਉਸ ਨੂੰ ਗਹਿਣੇ ਚੋਰੀ ਕਰਨ ਦੀ ਕੀ ਲੋੜ ਪੈ ਗਈ ਸੀ। ਇਹ ਸਭ ਕੁਝ ਕੀ ਹੋ ਰਿਹਾ ਸੀ। ਬਹੁਤ ਦੇਰ ਦੀ ਪੁੱਛਗਿੱਛ ਤੋਂ ਬਾਅਦ ਪੁਲਿਸ ਵਾਲਿਆਂ ਨੇ ਵਿਲੀਅਮ ਨੂੰ ਛੱਡ ਦਿੱਤਾ। ਜਦੋਂ ਮੈਂ ਉਸ ਨੂੰ ਗੁੱਸੇ ਵਿੱਚ ਇਸ ਗ੍ਰਿਫਤਾਰੀ ਦੀ ਵਜ੍ਹਾ ਪੁੱਛੀ ਤਾਂ ਉਹ ਕਹਿਣ ਲੱਗਿਆ ਕਿ ਇਹ ਸਭ ਕੁਝ ਤੇਰੇ ਕਰਕੇ ਹੋਇਆ ਹੈ। ਉਸ ਦੀ ਗੱਲ ਸੁਣ ਕੇ ਮੈਂ ਹੱਕੀ ਬੱਕੀ ਰਹਿ ਗਈ ਕਿ ਉਹ ਆਪਣੀ ਗ੍ਰਿਫਤਾਰੀ ਦਾ ਇਲਜ਼ਾਮ ਮੇਰੇ ਉੱਪਰ ਕਿਉਂ ਪਾ ਰਿਹਾ ਸੀ। ਵਿਲੀਅਮ ਨੇ ਦੱਸਿਆ ਕਿ ਉਸ ਦੇ ਮਾਂ-ਬਾਪ ਸਾਡੇ ਵਿਆਹ ਲਈ ਰਾਜ਼ੀ ਨਹੀਂ ਸਨ। ਉਹ ਉਸ ਦਾ ਵਿਆਹ ਕਿਸੇ ਫਰਾਂਸੀਸੀ ਕੁੜੀ ਨਾਲ ਕਰਨਾ ਚਾਹੁੰਦੇ ਸਨ, ਪਰ ਵਿਲੀਅਮ ਨੇ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਮੇਰੇ ਨਾਲ ਵਿਆਹ ਕਰ ਲਿਆ ਸੀ। ਉਸਨੇ ਆਪ ਹੀ ਸਾਰੇ ਕਾਗਜ਼ ਬਣਵਾ ਕੇ ਮੈਨੂੰ ਇੱਥੇ ਬੁਲਾ ਲਿਆ, ਪਰ ਮੇਰੇ ਇੱਥੇ ਪਹੁੰਚਣ ਤੋਂ ਪਹਿਲਾਂ ਹੀ ਉਸਦੇ ਮਾਂ-ਬਾਪ ਨੂੰ ਇਸ ਗੱਲ ਦੀ ਭਣਕ ਮਿਲ ਗਈ ਸੀ ਅਤੇ ਉਸਦੇ ਮਾਂ-ਬਾਪ ਨੇ ਕਿਹਾ ਕਿ ਜੇਕਰ ਵਿਲੀਅਮ ਮੈਨੂੰ ਘਰ ਲੈ ਕੇ ਆਵੇਗਾ ਤਾਂ ਉਹ ਉਸ ਨੂੰ ਹਮੇਸ਼ਾ ਲਈ ਜਾਇਦਾਦ ਤੋਂ ਬੇਦਖਲ ਕਰ ਦੇਣਗੇ। ਇਸ ਲਈ ਮਜਬੂਰੀ ਵਿੱਚ ਵਿਲੀਅਮ ਨੇ ਮੈਨੂੰ ਇਸ ਹੋਟਲ ਵਿੱਚ ਠਹਿਰਾਇਆ ਸੀ ਅਤੇ ਆਪਣੇ ਮਾਂ-ਬਾਪ ਦੇ ਸਾਹਮਣੇ ਇਸ ਤਰ੍ਹਾਂ ਜ਼ਾਹਿਰ ਕੀਤਾ ਕਿ ਉਸ ਦਾ ਮੇਰੇ ਨਾਲ ਕੋਈ ਸੰਬੰਧ ਨਹੀਂ ਹੈ, ਪਰ ਉਸ ਨੂੰ ਨਾਲ-ਨਾਲ ਮੇਰੀ ਫਿਕਰ ਵੀ ਸਤਾ ਰਹੀ ਸੀ। ਇਸ ਲਈ ਉਹ ਥੋੜ੍ਹੀ ਦੇਰ ਬਾਅਦ ਮੇਰੇ ਕੋਲ ਆਉਂਦਾ ਰਹਿੰਦਾ ਸੀ। ਉਸਨੇ ਇਹ ਗੱਲ ਮੈਨੂੰ ਇਸ ਲਈ ਨਹੀਂ ਦੱਸੀ ਤਾਂ ਜੋ ਮੈਂ ਇਹ ਸਭ ਕੁਝ ਸੁਣ ਕੇ ਪਰੇਸ਼ਾਨ ਨਾ ਹੋ ਜਾਵਾਂ। ਮੇਰੀ ਤਬੀਅਤ ਖਰਾਬ ਹੋਣ ਬਾਰੇ ਸੁਣ ਕੇ ਉਸਨੇ ਸੋਚਿਆ ਕਿ ਉਹ ਮੈਨੂੰ ਹੋਟਲ ਤੋਂ ਬਾਹਰ ਲੈ ਕੇ ਜਾਵੇਗਾ ਤਾਂ ਮੇਰਾ ਮੂਡ ਠੀਕ ਹੋ ਜਾਵੇਗਾ। ਇਸ ਲਈ ਉਹ ਮੈਨੂੰ ਆਪਣੇ ਦੋਸਤ ਦੇ ਵਿਆਹ ਵਿੱਚ ਲੈ ਕੇ ਗਿਆ। ਵਿਆਹ ਵਿੱਚ ਜਾਣ ਲਈ ਗਹਿਣਿਆਂ ਦੀ ਲੋੜ ਸੀ, ਪਰ ਉਸਦੇ ਮਾਂ-ਬਾਪ ਨੇ ਉਸਦੀ ਹਰਕਤ 'ਤੇ ਨਜ਼ਰ ਰੱਖੀ ਹੋਈ ਸੀ। ਇਸ ਲਈ ਜਦੋਂ ਉਸਨੇ ਦੁਕਾਨ ਵਿੱਚੋਂ ਗਹਿਣੇ ਚੋਰੀ ਕੀਤੇ ਤਾਂ ਇਸ ਗੱਲ ਦਾ ਪਤਾ ਉਸਦੇ ਬਾਪ ਨੂੰ ਲੱਗ ਗਿਆ ਅਤੇ ਉਹਨਾਂ ਨੇ ਗੁੱਸੇ ਵਿੱਚ ਵਿਲੀਅਮ ਦੇ ਖਿਲਾਫ ਰਿਪੋਰਟ ਦਰਜ ਕਰਵਾ ਦਿੱਤੀ। ਵਿਲੀਅਮ ਕਹਿ ਰਿਹਾ ਸੀ ਕਿ ਉਹ ਹੌਲੀ-ਹੌਲੀ ਆਪਣੇ ਮਾਂ-ਬਾਪ ਨੂੰ ਸਾਡੇ ਰਿਸ਼ਤੇ ਦੇ ਬਾਰੇ ਵਿੱਚ ਦੱਸ ਦੇਵੇਗਾ ਅਤੇ ਉਹਨਾਂ ਨੂੰ ਮਨਾ ਲਵੇਗਾ, ਪਰ ਉਦੋਂ ਤੱਕ ਮੈਨੂੰ ਉਸਦਾ ਸਾਥ ਦੇਣਾ ਹੋਵੇਗਾ ਅਤੇ ਚੁੱਪਚਾਪ ਇਸੇ ਤਰ੍ਹਾਂ ਕੁਝ ਦਿਨ ਹੋਟਲ ਵਿੱਚ ਗੁਜ਼ਾਰਨੇ ਹੋਣਗੇ। ਵਿਲੀਅਮ ਦੀ ਗੱਲ ਸੁਣ ਕੇ ਮੈਨੂੰ ਬਹੁਤ ਸ਼ਰਮਿੰਦਗੀ ਹੋਈ। ਮੈਂ ਪਤਾ ਨਹੀਂ ਉਸਦੇ ਬਾਰੇ ਵਿੱਚ ਕੀ ਕੁਝ ਸੋਚ ਰਹੀ ਸੀ, ਜਦੋਂ ਕਿ ਉਹ ਮੇਰੇ ਕਰਕੇ ਬਹੁਤ ਪਰੇਸ਼ਾਨ ਸੀ। ਆਪਣੇ ਮਾਂ-ਬਾਪ ਦੇ ਦਬਾਅ ਦੇ ਬਾਵਜੂਦ ਵੀ ਉਸਨੇ ਮੈਨੂੰ ਨਹੀਂ ਛੱਡਿਆ। ਮੈਂ ਉਸ ਨੂੰ ਤਸੱਲੀ ਦਿੱਤੀ ਕਿ ਉਹ ਪਰੇਸ਼ਾਨ ਨਾ ਹੋਵੇ, ਮੈਂ ਹਰ ਤਰ੍ਹਾਂ ਨਾਲ ਉਸ ਦਾ ਸਾਥ ਦੇਵਾਂਗੀ। ਮੇਰੀ ਗੱਲ ਸੁਣ ਕੇ ਉਸ ਨੂੰ ਕੁਝ ਸੰਤੁਸ਼ਟੀ ਹੋਈ। ਫਿਰ ਮੈਂ ਉਸ ਨੂੰ ਤੇਲ ਵਾਲੀ ਗੱਲ ਪੁੱਛੀ ਕਿ ਫਰਾਂਸੀਸੀ ਔਰਤਾਂ ਇਹ ਤੇਲ ਆਪਣੀ ਨਾਭੀ ਵਿੱਚ ਕਿਉਂ ਲਗਾਉਂਦੀਆਂ ਹਨ।
ਤਾਂ ਉਸਨੇ ਕਿਹਾ ਕਿ ਇਹ ਤੇਲ ਇੱਕ ਚਮਤਕਾਰੀ ਤੇਲ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਦੇ ਬਹੁਤ ਸਾਰੇ ਫਾਇਦੇ ਹਨ। ਔਰਤਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਅਜਿਹੀਆਂ ਹੁੰਦੀਆਂ ਹਨ ਜੋ ਨਾਭੀ ਵਿੱਚ ਤੇਲ ਲਗਾਉਣ ਕਰਕੇ ਆਪਣੇ ਆਪ ਖਤਮ ਹੋ ਜਾਂਦੀਆਂ ਹਨ। ਇਸ ਨਾਲ ਉਹਨਾਂ ਨੂੰ ਬੱਚਾ ਪੈਦਾ ਕਰਨ ਵਿੱਚ ਵੀ ਆਸਾਨੀ ਹੁੰਦੀ ਹੈ। ਇਸ ਤੇਲ ਵਿੱਚ ਕੁਝ ਖਾਸ ਕਿਸਮ ਦੀਆਂ ਜੜੀਆਂ ਬੂਟੀਆਂ ਪਾਈਆਂ ਜਾਂਦੀਆਂ ਹਨ ਅਤੇ ਇਹ ਵੀ ਕਹਿੰਦੇ ਹਨ ਕਿ ਇਸ ਤੇਲ ਨੂੰ ਲਗਾਉਣ ਕਰਕੇ ਜੋ ਔਲਾਦ ਪੈਦਾ ਹੁੰਦੀ ਹੈ ਉਹ ਬਹੁਤ ਬੁੱਧੀਮਾਨ ਹੁੰਦੀ ਹੈ। ਪਰ ਜੋ ਜੜੀ ਬੂਟੀ ਇਸ ਤੇਲ ਵਿੱਚ ਮਿਲਾਈ ਜਾਂਦੀ ਹੈ ਉਹ ਸਿਰਫ ਇੱਥੋਂ ਦੀ ਜ਼ਮੀਨ 'ਤੇ ਹੀ ਮਿਲਦੀ ਹੈ। ਮੈਂ ਵੀ ਚਾਹੁੰਦਾ ਹਾਂ ਕਿ ਜਲਦੀ ਤੋਂ ਜਲਦੀ ਅਸੀਂ ਦੋਵੇਂ ਵੀ ਮਾਂ-ਬਾਪ ਬਣ ਜਾਈਏ ਤਾਂ ਜੋ ਮੇਰੇ ਮਾਂ-ਬਾਪ ਤੈਨੂੰ ਆਸਾਨੀ ਨਾਲ ਅਪਣਾ ਲੈਣ, ਕਿਉਂਕਿ ਜਦੋਂ ਮੇਰਾ ਬੱਚਾ ਹੋ ਜਾਵੇਗਾ ਤਾਂ ਮੈਨੂੰ ਪਤਾ ਹੈ ਕਿ ਮੇਰੇ ਮਾਂ-ਬਾਪ ਤੈਨੂੰ ਆਪ ਹੀ ਸਵੀਕਾਰ ਕਰ ਲੈਣਗੇ। ਵਿਲੀਅਮ ਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਗਈ। ਜਦੋਂ ਮੇਰੀ ਮੰਮੀ ਜਿਉਂਦੀ ਸੀ ਤਾਂ ਉਹ ਵੀ ਮੇਰੇ ਭਾਈ ਦੇ ਬੱਚਿਆਂ ਦੀ ਨਾਭੀ ਵਿੱਚ ਤੇਲ ਲਗਾਉਂਦੀ ਸੀ, ਪਰ ਮੇਰੀ ਮੰਮੀ ਦੇ ਜਾਣ ਤੋਂ ਬਾਅਦ ਮੈਂ ਕਦੇ ਵੀ ਇਹ ਸਭ ਨਹੀਂ ਦੇਖਿਆ। ਹੁਣ ਮੈਨੂੰ ਇਸ ਗੱਲ ਦਾ ਅਹਿਸਾਸ ਹੋ ਰਿਹਾ ਸੀ ਕਿ ਵੱਡੇ ਜੋ ਵੀ ਕਰਦੇ ਹਨ ਉਹ ਠੀਕ ਹੀ ਹੁੰਦਾ ਹੈ। ਸਾਡੇ ਸਰੀਰ ਦਾ ਪੂਰਾ ਸਿਸਟਮ ਸਾਡੀ ਨਾਭੀ ਨਾਲ ਸੰਬੰਧ ਰੱਖਦਾ ਹੈ। ਜਦੋਂ ਅਸੀਂ ਨਾਭੀ ਦੀ ਸਫਾਈ ਦਾ ਖਿਆਲ ਰੱਖਦੇ ਹਾਂ ਅਤੇ ਉਸ ਵਿੱਚ ਤੇਲ ਪਾਉਂਦੇ ਹਾਂ ਤਾਂ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਅੱਜ ਮੈਨੂੰ ਵਿਲੀਅਮ ਦੀ ਪੂਰੀ ਸੱਚਾਈ ਪਤਾ ਲੱਗ ਗਈ ਸੀ। ਮੈਨੂੰ ਪੂਰੀ ਉਮੀਦ ਸੀ ਕਿ ਜਲਦੀ ਹੀ ਉਸਦੇ ਮਾਂ-ਬਾਪ ਮੈਨੂੰ ਅਪਣਾ ਲੈਣਗੇ ਅਤੇ ਅਸੀਂ ਇੱਕ ਚੰਗੀ ਜ਼ਿੰਦਗੀ ਇਕੱਠੇ ਬਿਤਾਵਾਂਗੇ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦਾ ਹਾਂ ਕਿ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਦੇ ਬਾਰੇ ਵਿੱਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰ ਦਿਓ ਅਤੇ ਜੇਕਰ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਧੰਨਵਾਦ।